देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स। ਮੋਹਾਲੀ ਦੇ ਡੀਸੀ ਆਫਿਸ ਦੇ ਵਿੱਚ ਅੱਜ ਮੋਹਾਲੀ ਦੇ 27 ਪਿੰਡਾਂ ਦੇ ਲੋਕ ਇਕੱਠੇ ਹੋਏ ਨੇ ਕਿਉਂਕਿ ਇੱਥੇ ਨੈਸ਼ਨਲ ਹਾਈਵੇ 205 ਇਹ ਹੈ ਜਿਹੜਾ ਉਹ ਬਣਾਇਆ ਜਾ ਰਿਹਾ, ਉਹਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਸ ਨੂੰ ਲੈ ਕੇ ਇਹਨਾਂ ਪਿੰਡਾਂ ਦੇ ਲੋਕਾਂ ਦੇ ਬਹੁਤ ਸਾਰੇ ਇਤਰਾਜ਼ ਹੈਗੇ ਨੇ ਕਿ ਇਹਨਾਂ ਨਾਲ ਨਾ ਤਾਂ ਗੱਲਬਾਤ ਕੀਤੀ ਗਈ ਹੈ, ਨਾ ਹੀ ਇਹਨਾਂ ਨੂੰ ਕੀਮਤ ਬਾਰੇ ਦੱਸਿਆ ਗਿਆ ਤੇ ਉਹ ਹਾਈਵੇ ਦੀ ਰੂਪਰੇਖਾ ਕੀ ਹੋਵੇਗੀ ਇਹਦੇ ਬਾਰੇ ਵੀ ਇਹਨਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ ਹੈ। ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਹ ਲੋਕ ਅੱਜ ਕੀ ਕਰਨ ਆਏ ਨੇ ਇੱਥੇ ਤੇ ਇਹਨਾਂ ਨੂੰ ਮੀਟਿੰਗ ਵਾਸਤੇ ਬੁਲਾਇਆ ਸੀ ਤੇ ਉਹਦਾ ਸਿੱਟਾ ਕੀ ਨਿਕਲਿਆ। ਕੀ ਨਾਂ ਹੈ ਜੀ ਆਪਣਾ? ਮੇਰਾ ਜਸਵਿੰਦਰ ਸਿੰਘ ਹੈ ਜੀ। ਜਸਵਿੰਦਰ ਸਿੰਘ ਜੀ, ਪਹਿਲਾਂ ਇਹ ਦੱਸੋ ਕਿ ਇਹ ਤੁਹਾਡੇ ਹੱਥ ਦੇ ਵਿੱਚ ਜਿਹੜਾ ਮੈਮੋਰੈਂਡਮ ਫੜਿਆ ਹੋਇਆ ਕੀ ਇਹਦੇ ਵਿੱਚ ਕੀ ਮੁੱਦਾ ਕੀ ਹੈ ਤੁਹਾਡਾ? ਐਕਚੁਅਲ 'ਚ ਇਹ ਸੀਗਾ ਜਦੋਂ ਇਹਨਾਂ ਨੇ 205A ਵਾਸਤੇ ਜ਼ਮੀਨ ਐਕਵਾਇਰ ਕਰਨ ਵਾਸਤੇ ਅਖਬਾਰਾਂ 'ਚ ਨੋਟਿਸ ਦਿੱਤਾ, ਕਿਸੇ ਵੀ ਪਿੰਡ ਦੇ ਵੱਖ-ਵੱਖ 27 ਪਿੰਡ ਹੈ, ਕਿਸੇ ਜ਼ਿਮੀਂਦਾਰਾਂ ਨੂੰ ਬੁਲਾਇਆ ਨਹੀਂ ਵੀ ਅਸੀਂ ਜ਼ਮੀਨ ਐਕਵਾਇਰ ਕਰਨੀ ਚਾਹੁੰਦੇ। ਇਹਨਾਂ ਨੇ ਪਹਿਲਾਂ ਹੀ ਨੋਟਿਸ ਕੱਢਤਾ ਅਖਬਾਰਾਂ ਵਿੱਚ। ਉਸ ਤੋਂ ਬਾਅਦ ਇਹਨਾਂ ਨੇ 15-21 ਦਿਨ ਦਾ ਸਮਾਂ ਦਿੱਤਾ ਵੀ ਜੇ ਕਿਸੇ ਨੂੰ ਕੋਈ ਇਤਰਾਜ਼ ਹੈ ਤਾਂ ਸਾਨੂੰ ਇਤਰਾਜ਼ ਦੇ ਦਿਓ। ਸੋ ਵੱਖ-ਵੱਖ ਜਿਹੜੇ ਬੰਦੇ ਤਾਂ ਪੜ੍ਹੇ ਲਿਖੇ ਸੀਗੇ ਉਹਨਾਂ ਨੂੰ ਤਾਂ ਇਤਰਾਜ਼ਾਂ ਦਾ ਪਤਾ ਸੀਗਾ, ਉਹਨਾਂ ਨੇ ਤਾਂ ਇਤਰਾਜ਼ ਦੇ ਵੀ ਦਿੱਤੇ ਤੇ ਬਹੁਤ ਸਾਰੇ ਜਿਹੜੇ ਕਿਸਾਨ ਵੀਰ ਹੈ ਸਾਡੇ ਭਰਾ ਉਹ ਇਤਰਾਜ਼ਾਂ ਤੋਂ ਵੀ ਰਹਿ ਗਏ ਕਿਉਂਕਿ ਉਹ ਸਮੇਂ ਸਿਰ ਇਤਰਾਜ਼ ਨਹੀਂ ਦੇ ਸਕੇ ਕਿਉਂਕਿ ਇਹਨਾਂ ਨੇ ਅਖਬਾਰ ਦੇ ਵਿੱਚ ਜਿਹੜਾ ਨੋਟਿਸ ਦੇ ਦਿੰਦੇ ਇੱਕ ਅਖਬਾਰ ਦੇ ਵਿੱਚ ਦਿੰਦੀ ਸਰਕਾਰ ਤੇ ਉਹਦਾ ਹਰੇਕ ਬੰਦੇ ਦੇ ਘਰ ਉਹ ਅਖਬਾਰ ਨਹੀਂ ਆਉਂਦਾ, ਸੋ ਉਹਨਾਂ ਨੂੰ ਨਹੀਂ ਪਤਾ ਲੱਗਦਾ। ਸੋ ਹੁਣ ਜੇਕਰ ਇਹ ਉਸ ਰੋਡ ਨੂੰ ਜਿਹੜਾ ਇਹ ਬਣਾਉਣ ਜਾ ਰਹੀ ਹੈ 205A ਨੂੰ, ਉਹਦੇ ਲਈ ਬਹੁਤ ਸਾਡੇ ਕਿਸਾਨ ਭਰਾਵਾਂ ਦੇ ਮਨਾਂ ਵਿੱਚ ਸ਼ੰਕੇ ਹੈ। ਸੋ ਸ਼ੰਕੇ ਦੂਰ ਕਰਨਾ ਸਰਕਾਰ ਦਾ ਕੰਮ ਹੈ। ਸੋ ਜਿਹੜਾ ਇਹ 200 ਫੁੱਟ ਚੌੜਾ ਰੋਡ ਹੈ, ਸੋ ਰੋਡ ਹੈ ਜਿਹੜਾ ਇੱਕ ਜ਼ਿਮੀਂਦਾਰ ਦੀ ਜ਼ਮੀਨ ਦੇ ਵਿੱਚ ਦੀ ਨਿਕਲ ਕੇ ਜਾ ਰਿਹਾ, ਉਹਦੀ ਆਲੇ ਦੁਆਲੇ ਵੀ ਜ਼ਮੀਨ ਬਚ ਰਹੀ ਹੈ। ਨਾ ਤਾਂ ਹਾਲ ਤੱਕ ਇਹਨਾਂ ਨੇ ਸਾਨੂੰ ਇਹ ਦੱਸਿਆ ਵੀ ਤੁਹਾਨੂੰ ਅਸੀਂ ਕਿੰਨਾ ਮੁਆਵਜ਼ਾ ਦੇਵਾਂਗੇ ਪਰ ਏਕੜ, ਜਿਹਦੀ ਕਿਸੇ ਦੀ ਆਲੇ ਦੁਆਲੇ ਰਹਿ ਗਈ ਜ਼ਮੀਨ ਕਿਆ ਉਸ ਦਾ ਮੁਆਵਜ਼ਾ ਮਿਲੂਗਾ, ਕਿਉਂਕਿ ਉਹਦੇ ਵਿੱਚ ਇਹ ਹੈ ਵੀ ਕਿਸੇ ਦੀ ਤਕੋਣੀ ਰਹਿ ਗਈ, ਕਿਸੇ ਦੀ ਥੋੜੀ ਰਹਿ ਗਈ, ਉਸ ਨੂੰ ਰਸਤਾ ਮੇਨ ਚੀਜ਼ ਕਿ ਅੱਜ ਜ਼ਮੀਨ ਰਹਿੰਦੀ ਵੀ ਹੈ ਤਾਂ ਕਿਆ ਇਸ ਰੋਡ ਤੋਂ ਉਹਨੂੰ ਰਸਤਾ ਮਿਲੇਗਾ। ਇਹਦੇ ਬਾਰੇ ਪ੍ਰਸ਼ਾਸਨ ਹੈ ਜਿਹੜਾ ਉਹ ਕੋਈ ਵੀ ਚੀਜ਼ ਕਲੀਅਰ ਨਹੀਂ ਕਰ ਰਿਹਾ। ਸੋ ਇਤਰਾਜ਼ ਹੈ ਅੱਜ ਜਿਹੜੇ ਇਹਨਾਂ ਨੇ ਫੇਰ 3D ਦੇ ਨੋਟਿਸ ਤੋਂ ਬਾਅਦ ਇਤਰਾਜ਼ ਰੱਖੇ ਤੇ 27 ਪਿੰਡਾਂ ਦੇ। ਪਹਿਲੀ ਗੱਲ ਤਾਂ ਇਹ ਹੈ ਵੀ ਇੱਕ ਪਾਸੇ ਤਾਂ ਸਰਕਾਰ ਕਹਿ ਰਹੀ ਹੈ ਕਰੋਨਾ, ਇੱਕ ਸਿੰਗਲ ਬੰਦੇ ਨੂੰ ਜੇ ਮਾਸਕ ਨਹੀਂ ਲਾਇਆ ਵਾ ਤਾਂ ਪੁਲਿਸ ਉਹਦਾ ਚਲਾਨ ਕੱਟ ਰਹੀ ਹੈ। ਅੱਜ ਇਹਨਾਂ ਨੂੰ ਨਹੀਂ ਪਤਾ ਵੀ 227 ਪਿੰਡਾਂ ਦੇ ਵਿੱਚ 300-400 ਬੰਦਾ ਇਹਨਾਂ ਨੇ ਇਕੱਠਾ ਕਰਿਆ ਹੋ ਰਿਹਾ ਡਿਸਟ੍ਰਿਕਟ ਆਫਿਸ ਤੇ ਉਹ ਥੋੜੇ ਬੰਦੇ ਬੁਲਾਉਂਦੇ ਤੇ ਉਹਨਾਂ ਦੇ ਇਤਰਾਜ਼ ਸੁਣਦੇ। ਹੁਣ ਆ ਕੇ ਉਰੇ ਕਰੋਨਾ ਦਾ ਡੀਸੀ ਆਫਿਸ 'ਚ ਗੱਲਬਾਤ ਕਰਨ ਵਾਸਤੇ ਤੁਹਾਨੂੰ ਕਿਹਨੇ ਸੱਦਾ ਦਿੱਤਾ ਸੀ? ਸਾਨੂੰ ਜੀ ਨੋਟਿਸ ਰਾਹੀਂ ਪਤਾ ਲੱਗਿਆ, ਅਖਬਾਰਾਂ ਦੇ ਵਿੱਚ ਜਿਹੜਾ ਨੋਟਿਸ ਆਇਆ, ਆ ਨੋਟਿਸ ਹੈ ਅਖਬਾਰ ਦੇ ਵਿੱਚ, ਠੀਕ ਹੈ, ਆਹ ਦੇਖੋ ਇਹਦੇ ਵਿੱਚ ਅਖਬਾਰ ਦੇ ਵਿੱਚ ਨੋਟਿਸ ਆਇਆ ਵੀ ਇੰਨੀ ਤਰੀਕ ਨੂੰ ਤੁਸੀਂ ਹਾਜ਼ਰ ਹੋ ਜਾਓ, ਠੀਕ ਹੈ। ਸੋ ਇਹ ਤਾਂ ਸੁਨੇਹਾ ਵੀ ਨਹੀਂ ਕੋਈ ਭੇਜਿਆ। ਇੱਥੇ ਫੇਰ ਇੱਕ ਬਹੁਤ ਵੱਡਾ ਧੱਕਾ ਹੋਇਆ ਵੀ ਜਿਹਦੇ ਕੋਲ ਜੀਤ ਅਖਬਾਰ ਹੈ ਜਾਂ ਆਪਸੀ ਭਾਈਚਾਰਾ ਉਹਨਾਂ ਨੂੰ ਤਾਂ ਪਤਾ ਲੱਗ ਗਿਆ, ਪੂਰੇ ਬੰਦਿਆਂ ਨੂੰ ਪਤਾ ਵੀ ਨਹੀਂ ਲੱਗਿਆ। ਨਹੀਂ ਪਤਾ ਲੱਗਿਆ ਕਿਉਂਕਿ ਇਹ ਅਖਬਾਰ ਦੇ ਵਿੱਚ ਦੇਖੋ ਕਿੰਨਾ ਕੁ ਨੋਟਿਸ ਹੈ, ਤੁਸੀਂ ਇਹ ਆਪ ਦੇਖ ਲਓ ਇਸ ਚੀਜ਼ ਨੂੰ ਕੌਣ ਪੜ੍ਹਦਾ। ਮੇਨ ਮੋਟੀ ਹੈਡਿੰਗ ਤਾਂ ਹਰੇਕ ਪੜ੍ਹਦਾ ਇਹ ਵੀ ਇੱਥੇ ਇਹ ਹੋ ਗਿਆ, ਇਹ ਉਹ ਹੋ ਗਿਆ, ਇਸ ਨੋਟਿਸ ਨੂੰ ਕੌਣ, ਜਨਤਕ ਸੂਚਨਾ ਨੂੰ ਕੌਣ ਪੜ੍ਹਦਾ? ਇਹ ਸਰਕਾਰਾਂ ਦਾ ਇਹ ਸਭ ਤੋਂ ਵੱਡਾ। ਤੁਹਾਡੀ ਕੀ ਗੱਲ ਹੋਈ ਇੱਥੇ ਆ ਕੇ ਤਾਂ ਜੀ DRO ਸਾਹਿਬ ਦੇ ਜਦੋਂ ਹੁਣ ਆ ਕੇ ਇਕੱਠ ਹੋਇਆ ਤਾਂ ਹੁਣ ਕਹਿੰਦੇ ਜੀ ਕਰੋਨਾ ਹੈ। ਹੁਣ ਜਦੋਂ ਇਹ ਤਾਂ ਪਹਿਲਾਂ ਹੀ ਦਿਖਦਾ ਤਾਂ ਵੀ ਪੰਜਾਬ ਦੇ ਵਿੱਚ ਕਰੋਨਾ ਹੈ, ਗਾਈਡਲਾਈਨਸ ਹੈ, ਸਖਤੀ ਹੈ, ਥੋੜੇ ਬੰਦੇ ਬੁਲਾਉਂਦੇ, ਹੁਣ ਉਹਦੇ ਬੰਦੇ ਜ਼ਿਆਦਾ ਹੋ ਗਏ, ਹੁਣ ਕਿਸੇ ਦੀ ਸੁਣਵਾਈ ਨਹੀਂ ਕਰ ਰਹੇ। ਸੋ ਦੱਸ ਨਹੀਂ ਉਹਨਾਂ ਦੇ ਨਾਂ ਦੇ ਉੱਤੇ ਅੱਜ ਉਹਨਾਂ ਨੇ ਰੱਦ ਕਰਤੀ ਤੁਹਾਡੀ ਅੱਜ ਗੱਲਬਾਤ। ਇਹ ਗੱਲ ਕਿਸੇ ਦੀ ਕੋਈ ਗੱਲ ਨਹੀਂ ਸੁਣੀ। ਸਾਰੇ ਕਿਸਾਨਾਂ ਨੇ ਕਿਹਾ ਵੀ ਸਾਨੂੰ ਰੇਟ ਦੱਸੋ, ਰੋਡ ਦੀ ਉਚਾਈ ਦੱਸੋ, ਸਾਨੂੰ ਸਾਡੀਆਂ ਜਿਹੜੀਆਂ ਜ਼ਮੀਨਾਂ ਬਚਦੀਆਂ ਉਹਦੇ ਨਾਲ ਜਿਹੜੀ ਰਸਤਾ ਸਾਨੂੰ ਮਿਲੂਗਾ ਕਿ ਨਹੀਂ ਮਿਲੂਗਾ। ਸੋ ਇਹਦੇ ਲਈ DRO ਸਾਹਿਬ ਕੋਲ ਕੋਈ ਜਵਾਬ ਨਹੀਂ ਸੀਗਾ। ਰੇਟ ਲਈ ਕਹਿੰਦਾ ਸਰਕਾਰ ਨੇ ਤੈਅ ਕਰਨਾ, ਜੇ ਸਰਕਾਰ ਨੇ ਤੈਅ ਕਰਨਾ ਤਾਂ ਤੁਸੀਂ ਕਿਉਂ ਅੱਜ ਕਿਸਾਨਾਂ ਨੂੰ ਕਾਹਦੇ ਵਾਸਤੇ ਬੁਲਾਇਆ? ਸੋ ਉਹਨਾਂ ਦੀ ਇੱਕ ਸਰਕਾਰ ਦੇ ਲੈਂਡ ਜਿਹੜੇ ਆਫੀਸਰ ਹੈ ਉਹ ਅਕਵਾਇਰ ਵਾਲੇ, ਠੀਕ ਹੈ, ਉਹਨਾਂ ਨੂੰ ਇਹ ਚਾਹੀਦਾ ਸੀਗਾ ਵੀ ਉਹ ਸਰਕਾਰ ਗੱਲ ਕਰਕੇ ਆਉਂਦੇ ਵੀ ਅੱਜ ਮੈਂ ਇਲਾਕੇ ਦੇ ਕਿਸਾਨਾਂ ਨੂੰ ਬੁਲਾਉਣਾ ਤਾਂ ਮੈਨੂੰ ਸਵਾਲ ਕਰਨਗੇ, ਠੀਕ ਹੈ। ਉਹ ਕੀ ਹੈ, ਇੱਕ ਦਰਖਤਾਂ ਮਾ, ਇੱਕ ਪਾਈਪ ਲਾਈਨਾਂ ਮਾ, ਇੱਕ ਸਾਡੇ ਬੋਰਾਂ 'ਚ ਕਿਸਾਨਾਂ ਨੂੰ ਉਲਝਾ ਰਹੇ। ਬੋਰ ਪਾਈਪ ਲਾਈਨ ਹੈ ਉਹ ਕੀ ਹੈ 5-7-10 ਹਜ਼ਾਰ ਦੀ ਹੈ, ਕਰੋੜਾਂ ਰੁਪਏ ਦੀ ਜਿਹੜੀ ਜ਼ਮੀਨ ਐਕਵਾਇਰ ਹੈ ਉਹਦਾ ਰੇਟ ਨਹੀਂ ਦੱਸ ਰਹੇ।
ਸਿਰਫ ਇੱਕ ਪਾਈਪਲਾਈਨ, ਇੱਕ ਕੋਈ ਦਰਖਤ ਹੈ, ਜੇ ਕੋਈ ਸਫੈਦਾ ਖੜਾ ਜੇ ਦੇ ਦੇਣਗੇ 2-5 ਹਜ਼ਾਰ ਰੁਪਈਆ ਤਾਂ ਉਹਦੇ ਪਿੱਛੇ ਹੀ ਉਲਝਾਈ ਜਾ ਰਹੇ ਕਿਸਾਨਾਂ ਨੂੰ। ਕਿਸਾਨਾਂ ਦੀ ਮੇਨ ਚੀਜ਼ ਜਿਹੜੀ ਹੈਗੀ ਕਿੰਨੀ ਉਚਾਈ ਹੈ, ਸਾਨੂੰ ਇਹਦੇ ਸਲਿੱਪ ਰੋਡ ਮਿਲਣਗੇ, ਰਸਤਾ ਖੇਤਾਂ ਨੂੰ ਮਿਲੇਗਾ, ਸਾਡੀ ਬਚਦੀ ਜ਼ਮੀਨ ਦਾ ਕੀ ਬਣੇਗਾ, ਉਹਦਾ ਕੀ ਮੁਆਵਜ਼ਾ ਮਿਲੇਗਾ। ਕਈਆਂ ਦੇ ਇਹ ਹੈ ਵੀ 10-10 5-5 ਬਿਸਵੇ ਵੱਜ ਜਾਣੇ ਇੱਕ ਪਾਸੇ, ਉਹਨੂੰ ਰਸਤਾ ਕਿੱਦਾਂ ਉੱਧਰ ਜਾਣਗੇ, ਦੂਜੇ ਪਾਸੇ ਤਾਂ ਸੜਕਾਂ ਹੀ ਨਹੀਂ ਹੈਗੀਆਂ। ਕਈ ਪਿੰਡਾਂ ਦੇ ਕੱਟ ਬੰਦ ਹੋ ਰਹੇ ਹੈ। ਸੋ ਜਿਹੜਾ ਪਿੰਡ ਤੋਂ ਦੂਜੇ ਪਿੰਡ ਨੂੰ ਜਾਂਦਾ ਉਹਦੇ ਤੇ ਲੋਕਾਂ ਦੀ ਜ਼ਮੀਨ ਹੈ ਤੇ ਕਿਸਾਨਾਂ ਦੀ ਜ਼ਮੀਨ ਹੈ, ਉਸ ਤੇ ਜਦੋਂ ਸੜਕ ਨਿਕਲ ਗਈ ਤਾਂ ਉਸ ਚੀਜ਼ ਨੂੰ ਜਿਹੜਾ ਹੈਗਾ ਇਹ ਉਹਨੂੰ ਨਹੀਂ ਦੱਸ ਰਹੇ ਵੀ ਅਸੀਂ ਉਹ ਰੋਡ ਨੂੰ ਬੰਦ ਕਰਨਾ ਜਾਂ ਉਹਦੇ ਵਿੱਚ ਨੂੰ ਅਸੀਂ ਰਸਤਾ ਕੱਟ ਦੇਣਾ, ਕਿਆ ਦੇਣਾ। ਸਾਰੀ ਪਾਲਿਸੀ ਪੂਰੀ ਹਨੇਰੇ ਦੇ ਵਿੱਚ ਅਜੇ ਤੱਕ। ਹਨੇਰੇ ਦੇ ਵਿੱਚ ਹੈ ਜੀ। ਤੇ ਕੀ ਨਾਂ ਜੀ ਆਪਣਾ? ਇੱਕੋ ਗੱਲ ਸਰਬਜੀਤ ਸਿੰਘ। ਕੀ ਨੁਕਸਾਨ ਲੱਗਦੇ ਨੇ ਤੁਹਾਨੂੰ? ਤੁਹਾਡੀ ਜ਼ਮੀਨ ਅਕਵਾਇਰ ਕੀਤੀ ਜਾ ਰਹੀ ਹੈ, ਗੱਲਬਾਤ ਕੀਤੀ ਨਹੀਂ ਜਾ ਰਹੀ ਤੁਹਾਡੇ ਨਾਲ? ਸਾਡੇ ਨੁਕਸਾਨ ਤਾਂ ਸਾਡੇ ਇਹ ਹੈ, ਮੇਰਾ 28 ਕਿੱਲਿਆਂ ਟੱਕ ਹੈ ਜੀ, 14 ਕਿੱਲਿਆਂ ਦੇ ਵਿੱਚ ਨੂੰ ਜਾ ਰਹੀ ਹੈ ਜੀ। 14 ਕਿੱਲਿਆਂ ਦੇ ਵਿੱਚ ਨੂੰ 7 ਕਿੱਲੇ ਜਾਂ 6 ਕਿੱਲੇ ਆ ਰਹੇ ਆ, ਜਿਹੜੇ ਬਾਕੀ 8 ਕਿੱਲੇ ਆ ਉਹਨਾਂ ਦੇ ਬਣ ਕੇ ਤਕੂਨ, ਨਾ ਰਸਤਾ, ਨਾ ਸਲਿੱਪ ਰੋਡ, ਨਾ ਲੈਣਾ ਨਾ ਦੇਣਾ। ਇਹ ਬਿਲਕੁਲ ਦੱਸ ਰਿਹਾ ਕੋਈ ਸਾਡਾ ਜਿਹੜਾ ਸਭ ਤੋਂ ਵੱਧ ਹੋ ਰਿਹਾ। ਤੇ ਅੱਜ ਗੱਲਬਾਤ ਵੀ ਕਿਸੇ ਸਿਰੇ ਚੜੀ ਤੁਹਾਡੀ? ਗੱਲ ਸੁਣਦਾ ਰਿਹਾ, ਕੋਈ ਨਹੀਂ ਕਰਦਾ ਹੈਗਾ। ਮੇਰਾ ਉਦੋਂ ਬੀਪੀ ਵੱਧ ਰਿਹਾ, ਬਹੁਤ ਵਧੀਆ ਬੀਪੀ ਤੇਜ਼ ਹੋਇਆ ਵਾ। ਕੀ ਹੱਲ ਕੀ ਲੱਗਦਾ ਤੁਹਾਨੂੰ? ਹੱਲ ਕੀ ਲੱਗਦਾ? ਮੈਂ ਤਾਂ ਬੁਰਜੀਆਂ ਪੱਟ ਕੇ ਇੱਥੇ ਰੱਖਦੇ ਮੋਟਰ ਪਰ, ਜਿਹੜਾ ਆਊਗਾ ਸਾਨੂੰ ਦੇਖੂਗੇ, ਖੇਤਾਂ ਪਾਣੀ ਦੇਣਾ ਜਿੰਨਾ ਚਿਰ ਨਹੀਂ ਹੁੰਦਾ। ਤੁਹਾਡੇ ਵੱਲੋਂ ਪੂਰਾ ਰੋਸ ਕੀਤਾ ਜਾਊਗਾ? ਹਾਂਜੀ ਪੂਰਾ ਕਰਿਆ ਜਾਊਗਾ। ਹਾਂਜੀ ਬਿਲਕੁਲ ਜੀ। ਪਹਿਲੀ ਗੱਲ ਤਾਂ ਜਦੋਂ ਤੱਕ ਆਪਣੇ ਦਿੱਲੀ ਕਿਸਾਨਾਂ ਦਾ ਸਾਡਾ ਹੱਲ ਨਹੀਂ ਹੁੰਦਾ ਉਦੋਂ ਤੱਕ ਅਸੀਂ ਇਹਨਾਂ ਨੂੰ ਖੇਤਾਂ 'ਚ ਵੜਨ ਨਹੀਂ ਦੇਣਾ ਹੈ। ਉਹਨੂੰ ਹੱਲ ਤੋਂ ਬਾਅਦ ਫਿਰ ਦੇਖਾਂਗੇ ਕਿਆ ਕਰਨਾ ਕਿਆ ਨਹੀਂ ਕਰਨਾ। ਕੀ ਲੱਗਦਾ ਜੀ, ਕੀ ਰੋਸ ਮੁਜ਼ਾਹਰਾ ਕਰੋਗੇ ਫਿਰ? ਦੇਖੋ ਜੀ, ਗੱਲ ਇਹ ਹੈ ਅਸੀਂ ਇਹਨਾਂ ਨੂੰ ਜ਼ਮੀਨਾਂ 'ਚ ਨਹੀਂ ਵੜਨ ਦੇਵਾਂਗੇ ਜਿੰਨਾ ਚਿਰ ਸਾਨੂੰ ਅਸਲ ਦੱਸਣਗੇ ਨਹੀਂ ਵੀ ਸਾਡੀ ਜ਼ਮੀਨ ਦਾ ਮੁੱਲ ਕਿੰਨਾ ਸਰਕਾਰ ਪਾਉਂਦੀ। ਠੀਕ ਹੈ, ਅਸੀਂ ਨਹੀਂ। ਸਾਡੇ ਦੇਖੋ, ਸਾਡੇ ਇਲਾਕੇ ਦੇ ਵਿੱਚ ਪਹਿਲਾਂ ਹੀ ਪਾਣੀ ਦੀ ਕਿੱਲਤ ਹੈ, ਲੋਕਾਂ ਨੇ ਬਹੁਤ ਔਖਾ, ਠੀਕ ਹੈ, 500 600 ਫੁੱਟ ਬੋਰ ਕਰਾ ਕੇ ਸਿੰਚਾਈ ਦੇ ਸਾਧਨ ਕਰੇ ਵੇ, ਉਹਦਾ ਨਹੀਂ ਸਾਨੂੰ ਦੱਸ ਰਹੇ ਵੀ ਕੀ ਪੈਸੇ ਦੇਣਗੇ। ਸੋ ਇਹ ਤਾਂ ਇੱਕ ਕਿਸਮ ਦਾ ਇਹ ਹੋ ਗਿਆ ਵੀ ਨਾਦਰਸ਼ਾਹੀ ਹੈ ਜੀ, ਕੱਢ ਦੋ ਰੋਡ, ਕੱਢ ਦੋ, ਅੱਜ ਇਹ ਕੱਢਣ ਲੱਗੇ, ਕੱਲ ਨੂੰ ਹੋਰ ਕੱਢਣ ਲੱਗੇ, ਪਹਿਲਾਂ ਹੀ ਕੋਈ ਖੰਭਿਆਂ ਦੀ ਲਾਈਨ ਟਾਵਰਾਂ ਦੀ ਨਿਕਲ ਰਹੀ ਹੈ। ਸੋ ਇੱਕ ਨਿਰੋਪਰੀ ਕਿਸਾਨਾਂ ਨਾਲ ਧੱਕਾ ਹੋ ਰਿਹਾ। ਸਰਕਾਰ ਨੂੰ ਅਸੀਂ ਅਪੀਲ ਇਹ ਕਰਦੇ ਹਾਂ ਵੀ ਪਹਿਲਾਂ ਕਿਸਾਨਾਂ ਨੂੰ ਰੇਟ ਦੱਸੇ ਵੀ ਇਸ ਏਰੀਏ ਦਾ ਅਸੀਂ ਇੰਨੇ ਪੈਸੇ ਦੇਵਾਂਗੇ, ਇੰਨੇ ਜ਼ਮੀਨ ਦੇ ਦੇਵਾਂਗੇ, ਇੰਨੇ ਉਜਾੜੇ ਭੱਤੇ ਦੇ ਦੇਵਾਂਗੇ। ਠੀਕ ਹੈ ਜੀ, ਉਸ ਚੀਜ਼ ਗੱਲ ਫਿਰ ਜਿਹੜਾ ਹੈਗਾ ਕਿਸਾਨਾਂ ਨੂੰ ਪਿੰਡ ਪੱਧਰ ਤੇ ਇੱਕ ਸੁਣਿਆ ਜਾਵੇ ਇਕੱਠ ਕਰਕੇ। ਹੁਣ ਇੱਥੇ ਦਫ਼ਤਰਾਂ ਦੇ ਵਿੱਚ ਛੋਟੇ ਕਮਰੇ ਆ, ਇੱਥੇ ਤੁਸੀਂ 100 ਬੰਦਾ ਬੁਲਾ ਕੇ ਇੱਕ ਪਾਸੇ ਕਰੋਨਾ ਦਾ ਡਰਾਬਾ ਤੇ ਦੂਜੇ ਪਾਸੇ ਤੁਸੀਂ ਸੁਣਵਾਈ ਨਹੀਂ ਕਰ ਰਹੇ। ਕੱਲਾ ਬੰਦਾ ਕੀ ਸੁਣਵਾਈ ਅੰਦਰ ਜਾ ਕੇ ਕੀ ਦੱਸ ਦੇਗਾ? ਇੱਕ ਅਨਪੜ੍ਹ ਕਿਸਾਨ ਅੰਦਰ ਜਾ ਕੇ ਇੱਕ ਡੀਆਰਓ ਹੁਣ ਤੁਸੀਂ ਆਪਣੀ ਸ਼ਿਕਾਇਤ ਕਿਹਦੇ ਕੋਲ ਦੋਗੇ ਜਾ ਕੇ ਸ਼ਿਕਾਇਤ? ਅਸੀਂ ਸਰਕਾਰ ਨੂੰ ਕਹਿ ਰਹੇ ਜੀ। ਤੁਹਾਡੇ ਇਸੇ ਸ਼ਹਿਰ ਦੇ ਬਲਵੀਰ ਸਿੱਧੂ ਹੈਗੇ ਨੇ, ਕੈਬਨਿਟ ਮਿਨਿਸਟਰ ਨੇ। ਅਸੀਂ ਜੀ ਤੁਹਾਡੇ ਮਾਧਿਅਮ ਰਾਹੀਂ ਟੋਟਲ ਜਿਹੜਾ ਸਾਡਾ 27 ਪਿੰਡਾਂ ਦਾ ਭਾਈਚਾਰਾ, ਅਸੀਂ ਆਪਣੇ ਮੁੱਖ ਮੰਤਰੀ ਸਾਹਿਬ ਨੂੰ, ਸਾਡੇ ਹਲਕੇ ਦੇ ਜਿਹੜੇ ਮਿਨਿਸਟਰ ਸਾਹਿਬ ਜ਼ਿਲ੍ਹੇ ਦੇ, ਠੀਕ ਹੈ, ਅਸੀਂ ਇਹਨਾਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਮੂਹਰਾਂ ਹੋ ਕੇ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਆ ਰਹੀਆਂ ਸਹੀ ਮੁਆਵਜ਼ਾ, ਸਹੀ ਰੇਟ ਦਵਾਇਆ ਜਾਵੇ। ਠੀਕ ਹੈ, ਤਾਂ ਜੋ ਉਹਨਾਂ ਦਾ ਉਜਾੜਾ ਹੋਣਾ ਕਿਸਾਨਾਂ। ਕੋਈ ਮੈਮੋਰੈਂਡਮ ਦਿੱਤਾ ਬਲਵੀਰ ਸਿੱਧੂ ਨੇ ਹੁਣ ਤੱਕ ਤੁਸੀਂ? ਨਹੀਂ, ਹਾਲ ਤੱਕ ਦਾ ਪਤਾ ਕੀ ਹੈ, ਹਾਲ ਤੱਕ ਤਾਂ ਸਰਕਾਰ ਨੇ ਇਹਨਾਂ ਨੇ ਨੇਰੇ 'ਚ ਰੱਖਿਆ ਜੀ। ਹਲੇ ਗੱਲਬਾਤ ਸਰਕਾਰ ਨੇ ਕੀਤੀ ਨਹੀਂ। ਅੱਜ ਪਹਿਲਾ ਦਿਨ ਹੈ, ਉਹ ਵੀ ਚੋਰੀ ਮੋਰੀ ਰਸਤੇ ਰਾਹੀਂ ਇਹਨਾਂ ਨੇ ਬੁਲਾਇਆ ਗਿਆ ਕਿਸਾਨਾਂ ਨੂੰ ਵੀ ਇੱਕ ਨੋਟਿਸ ਦੇਤਾ, ਜਿਹੜੇ ਆ ਗਏ ਠੀਕ ਹੈ, ਨਹੀਂ ਆਏ ਤਾਂ ਇਕੱਠੇ ਨਾ ਹੋ ਜਾਣ। ਮੇਨ ਚੀਜ਼ ਇਹ ਹੁੰਦੀ ਹੈ, ਇਹ ਲੈਟਰ ਵੀ ਪਾ ਸਕਦੇ ਜਿਹਦੀ ਜ਼ਮੀਨ ਹੈ ਜਾਂ ਅਖਬਾਰ ਦੇ ਵਿੱਚ ਇਹ ਨਾਮ ਦਿੰਨੇ ਆ, ਖਸਰਾ ਨੰਬਰ ਦਿੰਨੇ ਆ, ਤਾਂ ਉਹਨਾਂ ਨੂੰ ਇੰਟੀਮੇਸ਼ਨ ਐਜ ਏ ਤਹਿਸੀਲਦਾਰ ਦੇ ਥਰੂ ਦੇਣ ਵੀ ਅੱਜ ਭਾਈ ਤੁਹਾਡੀ ਸੁਣਵਾਈ ਹੈ, ਆਪਣੇ ਇਤਰਾਜ਼ ਦਿਓ। ਕਿਉਂ ਇੱਕ ਅਖਬਾਰ ਦੇ ਵਿੱਚ ਛੋਟੀ ਜਿਹੀ ਐਡ ਲਾਤੀ ਤਾਂ ਜਿਹਨੂੰ ਪਤਾ ਲੱਗ ਗਿਆ ਉਹ ਆ ਜਾਊਗਾ, ਬਾਕੀ ਹਨੇਰੇ 'ਚ ਰਹਿ ਜਾਣਗੇ। ਸੋ ਸਾਡੀ ਸਰਕਾਰ ਤੋਂ ਅਪੀਲ ਹੈ ਵੀ ਪਿੰਡ ਪੱਧਰ ਤੇ ਇਸ ਇਤਰਾਜ਼ਾਂ ਦੀ ਸੁਣਵਾਈ ਹੋਵੇ ਤੇ ਸਹੀ ਮੁਆਵਜ਼ਾ ਜਿਹੜਾ ਹੈਗਾ ਕਿਸਾਨਾਂ ਨੂੰ ਮਿਲ ਸਕੇ। ਨੈਸ਼ਨਲ ਹਾਈਵੇ 205 ਨੂੰ ਲੈ ਕੇ ਜੋ ਮੋਹਾਲੀ ਦੇ 27 ਪਿੰਡਾਂ ਦੀਆਂ ਪਰੇਸ਼ਾਨੀਆਂ ਨੇ, ਉਹਨਾਂ ਦੇ ਸਿਟੀਜ਼ਨ ਅੱਜ ਇੱਥੇ ਆਏ ਹੋਏ ਨੇ ਤੇ ਜੋ ਐਮਐਲਏ ਹੈਗੇ ਨੇ ਐਨਕੇ ਸ਼ਰਮਾ ਸ਼੍ਰੋਮਣੀ ਅਕਾਲੀ ਦਲ ਦੇ, ਉਹਨਾਂ ਵੱਲੋਂ ਆਵਾਜ਼ ਚੱਕੀ ਗਈ ਹੈ, ਡੀਸੀ ਸਾਹਿਬ ਨਾਲ ਮੁਲਾਕਾਤ ਕੀਤੀ ਗਈ ਹੈ ਕਿ ਇਹਨਾਂ ਲੋਕਾਂ ਨਾਲ ਜੋ ਜਾਤੀ ਹੋ ਰਹੀ ਹੈ ਉਹ ਨਾ ਹੋਵੇ। ਸੋ ਕੀ ਅੱਜ ਗੱਲਬਾਤ ਹੋਈ ਹੈ ਜੀ ਤੁਹਾਡੀ? ਸਾਡੇ ਹਲਕੇ 'ਚ ਬੜੀ ਸੀਰੀਅਸ ਪ੍ਰੋਬਲਮ ਜਿਹੜੀ ਆਈ ਹੋਈ ਹੈ। ਮੈਂ ਵਿਧਾਨ ਸਭਾ 'ਚ ਵੀ ਇਹ ਮੈਟਰ ਜਿਹੜਾ ਟੇਕ ਅਪ ਕਰਿਆ ਸੀਗਾ। ਅੱਜ ਜ਼ਿਮੀਂਦਾਰ ਕਿਉਂਕਿ ਕਰੋਨਾ ਕਰਕੇ 20 ਤੋਂ ਉੱਪਰ ਆ ਨਹੀਂ ਸਕਦੇ, 20 ਕਿਸਾਨ ਜਿਹੜੇ ਮੇਨ, ਉਹਨਾਂ ਨੂੰ ਮੈਂ ਇੱਥੇ ਲੈ ਕੇ ਆਇਆ। ਐਕਚੁਅਲੀ ਐਕਸਪ੍ਰੈਸ ਵੇ ਜਿਹੜਾ ਮੇਰੇ ਹਲਕੇ 'ਚ ਨਿਕਲ ਰਿਹਾ ਹੈਗਾ, ਇੱਕ ਤਾਂ ਪ੍ਰੋਬਲਮ ਇਹ ਆ ਵੀ ਜਿਹੜਾ ਐਕਸਪ੍ਰੈਸ ਵੇ ਆ ਜਿੱਥੋਂ ਨਿਕਲ ਰਿਹਾ ਉੱਥੇ ਐਗਜੈਕਟ ਜਿਹੜੀ ਜ਼ਮੀਨ ਦੀ ਕੀਮਤ ਆ, ਜਿਸ ਤਰ੍ਹਾਂ ਸਤਾਵਗੜ੍ਹ ਹੋ ਗਈ, ਪ੍ਰਾਗਪੁਰ ਹੋ ਗਈ, ਹੋਰ ਉੱਥੇ 6-6 7-7 ਕਰੋੜ ਰੁਪਏ ਏਕੜ ਦੀ ਜਿਹੜੀ ਕੀਮਤ ਹੈਗੀ ਆ।
ਪਰ ਰਜਿਸਟਰੀਆਂ ਕਿਉਂਕਿ 2-2 3-3 ਸਾਲ ਪਹਿਲਾਂ ਹੋਈ ਵੀਆਂ ਜਾਂ ਰਜਿਸਟਰੀਆਂ ਹੋਈ ਵੀਆਂ ਕੋਈ 15-20 ਲੱਖ ਰੁਪਏ। ਸੋ ਪ੍ਰਸ਼ਾਸਨ ਇਹ ਕਹਿ ਰਿਹਾ ਵੀ ਤੁਹਾਨੂੰ 30 ਲੱਖ ਜਾਂ 45 ਲੱਖ ਰੁਪਏ ਜਿਹੜੇ ਕੰਪਨਸੇਸ਼ਨ ਦੇਵਾਂਗੇ, ਮਤਲਬ ਜ਼ਿਮੀਂਦਾਰਾਂ ਨਾਲ ਅਨਿਆਏ ਵਾਲੀ ਗੱਲ ਆ। ਸਾਡੀ ਸਰਕਾਰ 'ਚ ਸ਼੍ਰੋਮਣੀ ਅਕਾਲੀ ਦਲ ਸਮੇਂ ਜਿੰਨੀਆਂ ਵੀ ਜ਼ਮੀਨਾਂ ਅਕਵਾਇਰ ਹੋਈਆਂ, ਸਤਾਵਗੜ੍ਹ 'ਚ ਵੀ ਤੁਸੀਂ ਦੇਖੋ 200 ਫੁੱਟ ਚੌੜੀ ਰੋਡ ਅਕਵਾਇਰ ਹੋਈ, 3 ਕਰੋੜ ਰੁਪਏ ਤੋਂ ਘੱਟ ਕਿਸੇ ਨੂੰ ਵੀ ਕੰਪਨਸੇਸ਼ਨ ਜਿਹੜੀ ਉਹ ਦਈ ਨਹੀਂ ਗਈ। ਦੂਸਰਾ ਸ਼ਰਮਾ ਜੀ ਇਹ ਕਹਿ ਰਹੇ ਨੇ ਵੀ 3 ਸਾਲ ਦੀਆਂ ਅਸੀਂ ਚੱਕਾਂਗੇ ਡਾਟਾ ਪਿੱਛੋਂ, ਤੇ ਉਹਦੇ ਨਾਲ ਤਾਂ ਤੁਹਾਨੂੰ ਲੱਗਦਾ ਨਹੀਂ ਕਿ ਰੇਟ ਤੇ ਵੈਰੀਫਾਈ ਹੋ ਹੀ ਨਹੀਂ ਪਾਣਾ? ਮੈਂ ਡੀਸੀ ਸਾਹਿਬ ਨੂੰ ਇੱਕ ਰਿਕੁਐਸਟ ਕਰੀ ਆ ਵੀ ਤੁਸੀਂ ਆਪਣੇ ਪਰਸਨਲ ਬੰਦੇ ਭੇਜ ਕੇ, ਕੋਈ ਟੀਮ ਭੇਜ ਕੇ ਪਰਸਨਲੀ ਵੈਰੀਫਾਈ ਕਰਵਾ ਲਿਓ, ਕਿਉਂਕਿ ਦੇਖੋ ਸਾਰਾ ਏਰੀਆ ਅਰਬਨਾਈਜੇਸ਼ਨ ਆ। ਇੱਕ ਪਾਸੇ ਡੇਰਾਬੱਸੀ ਮਿਊਨਿਸਪਲ ਕੌਂਸਲ ਆ, ਜੀਰਕਪੁਰ ਮਿਊਨਿਸਪਲ ਕੌਂਸਲ ਆ, ਲਾਲੜੂ ਮਿਊਨਿਸਪਲ ਕੌਂਸਲ ਆ। ਹਰ ਸਾਲ ਕੀਮਤਾਂ ਜਿਹੜੀਆਂ ਉਹ ਡਬਲ ਹੋ ਜਾਂਦੀਆਂ ਹੈਗੀਆਂ, ਪਲਾਟਿੰਗ ਉੱਥੇ ਹੋ ਰਹੀ ਆ, ਫਲੈਟ ਉੱਥੇ ਬਣ ਰਹੇ ਆ। ਸੋ ਰਜਿਸਟਰੀਆਂ ਜਿਹੜੀਆਂ ਉਹ ਘੱਟ ਰੇਟ ਤੇ ਹੋਈ ਪਈਆਂ, ਕੋਈ 15 ਲੱਖ ਆ, ਕੋਈ 20 ਲੱਖ, ਕੋਈ 25 ਲੱਖ ਰੁਪਏ ਆ। ਸੋ ਮੈਂ ਇੱਕ ਤਾਂ ਡੀਸੀ ਸਾਹਿਬ ਨੂੰ ਰਿਕੁਐਸਟ ਕਰੀ ਆ ਵੀ ਤੁਸੀਂ ਮਾਰਕੀਟ ਪ੍ਰਾਈਸ ਅਸੈਸ ਕਰਕੇ ਫਿਰ ਜਿਹੜਾ ਕੰਪਨਸੇਸ਼ਨ ਜ਼ਿਮੀਂਦਾਰਾਂ ਨੂੰ ਦਿਓ। ਇਹ ਘੱਟ ਤੋਂ ਘੱਟ ਜਿਹੜੇ ਪਿਛਲੇ ਵਾਲੇ ਏਰੀਏ 2.5-3 ਕਰੋੜ ਰੁਪਏ ਤੇ ਇੱਧਰ ਜਿਸ ਤਰ੍ਹਾਂ ਸਤਾਵਗੜ੍ਹ ਜਾਂ ਹੋਰ ਏਰੀਏ ਆ ਉੱਥੇ ਕੀਮਤ 6-7 ਕਰੋੜ ਰੁਪਏ ਹੈਗੀ। ਦੂਸਰੀ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਆ, ਇਹ ਐਕਸਪ੍ਰੈਸਵੇ ਬਣਨਾ ਹੈਗਾ। ਇਹਦੀ ਹਾਈਟ ਆ ਕੋਈ 8-10 ਫੁੱਟ ਉੱਚੀ। ਹੁਣ ਜ਼ਿਮੀਂਦਾਰਾਂ ਦੀ ਮੰਨ ਲਓ ਕਿਸੇ ਦੀ 10 ਏਕੜ ਜ਼ਮੀਨ ਆ, ਸੈਂਟਰ ਨੂੰ ਰੋਡ ਨਿਕਲ ਗਈ, ਜਿਹੜੇ ਇੱਧਰ ਵਾਲੇ 3 ਏਕੜ ਉਹ ਬੇਕਾਰ ਹੋ ਗਏ। ਉੱਥੇ ਕਿਸ ਤਰ੍ਹਾਂ ਜਾਊਗਾ? ਉਹਨੂੰ ਬਕਾਇਦਾ ਐਕਸੈਸ ਆ ਜਿਹੜੀ ਉਹ ਮਿਲਣੀ ਚਾਹੀਦੀ ਆ। ਫਿਰ ਦੋਨੇ ਪਾਸੇ ਸਲਿੱਪ ਰੋਡਾਂ ਜਿਹੜੀ ਬਣਨੀ ਚਾਹੀਦੀਆਂ। ਕਿਸੇ ਜ਼ਿਮੀਂਦਾਰ ਦਾ ਟਿਊਬਲ ਲੈਫਟ ਸਾਈਡ ਤੇ ਲੱਗਿਆ ਹੋਇਆ, ਅੱਧੀ ਜ਼ਮੀਨ ਰਾਈਟ ਸਾਈਡ ਤੇ ਨਿਕਲ ਗਈ, ਵਿੱਚ ਨੂੰ ਸੜਕ ਹੋ ਗਈ, ਉਹਨਾਂ ਨੂੰ ਪਾਣੀ ਦੇਣ ਦੀ ਜਿਹੜੀ ਬੜੀ ਸੀਰੀਅਸ ਪ੍ਰੋਬਲਮ ਆ ਰਹੀ ਆ। ਇੱਕ ਜਿਹੜੀ ਪੁਰਾਣੀਆਂ ਸਾਮਲਾਟ ਜ਼ਮੀਨਾਂ, ਸਾਮਲਾਟ 2 ਤਰ੍ਹਾਂ ਦੀ ਆ, ਇੱਕ ਤਾਂ ਸਾਮਲਾਟ ਨਗਰ ਪੰਚਾਇਤ ਆ, ਉਹਦੇ ਪੈਸੇ ਨਗਰ ਪੰਚਾਇਤ ਕੋਲ ਜਾਣੇ ਆ। ਇੱਕ ਸਾਮਲਾਟ ਹਸਬ ਰਸਦ ਖੇਵਟ ਹੈਗੀ ਆ, ਇੱਕ ਸਾਮਲਾਟ 2 ਚਾਂਦ ਆ। ਇੰਨੀਆਂ ਅਲੱਗ-ਅਲੱਗ ਜਿਹੜੀਆਂ ਕਿ ਮਰੱਬੇਬੰਦੀ ਤੋਂ ਪਹਿਲਾਂ ਦੀ ਡਿਵਾਈਡ ਹੋਈ ਵੀਆਂ ਜ਼ਿਮੀਂਦਾਰਾਂ ਦੇ ਨਾਂ ਤੇ ਗਿਰਦਾਵਰੀ ਜੀ ਚੱਲ ਰਹੀਆਂ, ਉਹਨਾਂ ਦੀ ਕੰਪਨਸੇਸ਼ਨ ਜ਼ਿਮੀਂਦਾਰਾਂ ਨੂੰ ਮਿਲੇ ਉਸ ਵਾਸਤੇ ਰਿਕੁਐਸਟ ਕਰੀ ਆ, ਕਿਉਂਕਿ ਉਹ ਹਿੱਸੇ ਕੱਢਣੇ ਪੈਣੇ, ਜ਼ਿਮੀਂਦਾਰਾਂ ਦੇ ਨਾਂ ਤੇ ਪੈਸੇ ਆਣੇ ਚਾਹੀਦੇ ਆ। ਸੋ ਇਹ ਬੜੀ ਸੀਰੀਅਸ। ਫਿਰ ਵਾਟਰ ਲੌਗਿੰਗ ਦੀ ਪ੍ਰੋਬਲਮ ਹੋ ਜਾਣੀ, ਕਿਉਂਕਿ ਸੜਕ 8 ਫੁੱਟ ਉੱਚੀ ਹੋਣੀ ਆ, ਜ਼ਮੀਨਾਂ ਇੱਧਰ ਵਾਲੀਆਂ ਟੋਟਲ ਜ਼ਮੀਨਾਂ ਦੀ ਵਾਟਰ ਲੌਗਿੰਗ ਦੀ ਬੜੀ ਸੀਰੀਅਸ ਪ੍ਰੋਬਲਮ ਹੋਣੀ ਆ। ਸੋ ਅਸੀਂ ਰਿਕੁਐਸਟ ਕਰੀ ਆ ਵੀ ਦੋਨੇ ਪਾਸੇ ਨਾਲੇ ਵੀ ਬਣਨ, ਸਲਿੱਪ ਰੋਡਾਂ ਵੀ ਬਣਨ, ਜਿਹੜੀ ਜ਼ਮੀਨ ਬਚੂਗੀ। ਕਈ ਕੇਸ ਇਹੋ ਜਿਹੇ ਆ ਵੀ ਮੰਨ ਲਓ ਕਿਸੇ ਦੀ 5 ਏਕੜ ਜ਼ਮੀਨ ਆ, 4 ਏਕੜ ਆ ਗਈ, ਅੱਧਾ ਏਕੜ ਇੱਧਰ ਬਚ ਗਈ, ਅੱਧਾ ਏਕੜ ਉੱਧਰ ਬਚ ਗਈ ਸੜਕ ਤੇ, ਉਹ ਕਿਸੇ ਕੰਮ ਨਹੀਂ ਹੈ, ਐਕਸੈਸ ਹੈ ਨਹੀਂ ਵੀ ਕੋਈ ਕਮਰਸ਼ੀਅਲ ਪਰਪਸ ਵਾਸਤੇ ਯੂਜ਼ ਕਰੀ ਜਾਏ। ਸੋ ਇਹ ਬੜੀ ਸੀਰੀਅਸ ਪ੍ਰੋਬਲਮਸ ਹੈਗੀਆਂ। ਹੁਣ ਸਾਡੀ ਸਰਕਾਰ ਸੀਗੀ ਸ਼੍ਰੋਮਣੀ ਅਕਾਲੀ ਦਲ ਦੀ, ਉਸ ਟਾਈਮ ਮਾਰਕੀਟ ਪ੍ਰਾਈਸ ਆ ਜਿਹੜੀ 2.5-3 ਕਰੋੜ ਰੁਪਏ ਤੋਂ ਉੱਪਰ ਤਾਂ ਪੈਸੇ ਦੇ ਗਏ ਸੀਗੇ। ਫਿਰ ਜ਼ਿਮੀਂਦਾਰਾਂ ਨੂੰ ਜੇਕਰ ਦੂਸਰੀ ਜਗ੍ਹਾ ਜ਼ਮੀਨਾਂ ਖਰੀਦੇ ਉਹਨਾਂ ਨੂੰ ਸਟੈਂਪ ਡਿਊਟੀ ਜਿਹੜੀ ਮਾਫ ਕਰੀ ਗਈ ਸੀਗੀ। ਜਿਹੜੇ ਬੈਂਕ 'ਚ ਰੱਖਦੇ ਤੇ ਉਹਨਾਂ ਤੇ ਕੋਈ ਇਨਕਮ ਟੈਕਸ ਆ ਜਿਹੜਾ ਉਹ ਨਹੀਂ ਲੱਗਦਾ। ਤਾਂ ਟਿਊਬਲ ਦੇ ਕਨੈਕਸ਼ਨ ਆ ਜਿਹੜੇ ਸਪੈਸ਼ਲ ਜ਼ਿਮੀਂਦਾਰਾਂ ਨੂੰ ਦਏ ਗਏ ਤੇ ਜਿਹੜੇ ਬਾਹਰ ਜਾ ਕੇ ਜ਼ਮੀਨਾਂ ਖਰੀਦਦੇ ਸੀਗੇ। ਸੋ ਇਹਨਾਂ ਨੇ ਜ਼ਿਮੀਂਦਾਰ ਆਬਜੈਕਸ਼ਨ ਕਰ ਰਹੇ ਆ, ਕੋਈ ਸੁਣਨ ਵਾਲਾ ਹੀ ਨਹੀਂ, ਕੋਈ ਗੱਲ ਕਰਨ ਵਾਲਾ ਨਹੀਂ। ਮੈਂ ਵਿਧਾਨ ਸਭਾ 'ਚ ਵੀ ਰਿਕੁਐਸਟ ਕਰੀ ਹੈਗੀ ਆ। ਸੋ ਸਰਕਾਰ ਨੂੰ ਦੁਬਾਰਾ ਫਿਰ ਬੇਨਤੀ ਕਰਦਾ ਵੀ ਜਿਹੜਾ ਮੋਹਾਲੀ ਡਿਸਟ੍ਰਿਕਟ ਆ, ਇਹ ਟੋਟਲ ਅਰਬਨਾਈਜੇਸ਼ਨ ਇੱਥੇ ਹੋ ਰਹੀ ਆ। ਹਰ ਸਾਲ ਇੱਥੇ ਕੀਮਤਾਂ ਡਬਲ ਹੋ ਜਾਂਦੀਆਂ। ਜੋ ਪਿਛਲੇ ਸਾਲ ਕੀਮਤ ਸੀਗੀ ਅੱਜ ਡਬਲ ਆ, ਅਗਲੇ ਸਾਲ ਇਸ ਤੋਂ ਡਬਲ ਹੋ ਜਾਣੀ ਆ। ਜ਼ਿਮੀਂਦਾਰ ਨੂੰ ਤਾਂ ਇੱਕ ਵਾਰੀ ਉਹ ਪੈਸੇ ਮਿਲਣੇ ਹੈਗੇ ਆ। ਸੋ ਇਨਸਾਫ ਲੋਕਾਂ ਨਾਲ ਹੋਣਾ ਚਾਹੀਦਾ, ਕਿਸਾਨਾਂ ਨਾਲ ਇਨਸਾਫ ਹੋਣਾ ਚਾਹੀਦਾ। ਪਹਿਲਾਂ ਅਮਰਿੰਦਰ ਸਿੰਘ ਜੀ ਨੇ ਬੜੇ ਧੋਖੇ ਕਰ ਲਏ, ਕਰਜ਼ਾ ਮਾਫੀ ਦੇ ਵਾਅਦੇ ਕਰਕੇ ਅੱਜ 1500 ਕਿਸਾਨ ਜਿਹੜੇ ਫਾਂਸੀਆਂ ਤੇ ਚੜ ਰਹੇ ਆ, ਉਹਨਾਂ ਦੀ ਦੇਣ ਆ। ਹੁਣ ਕਿਰਪਾ ਕਰੋ, ਕਿਸਾਨਾਂ ਦੀ ਤੁਸੀਂ ਹਿਤੈਸ਼ੀ ਬਣਦੇ ਆ, ਕਿਸਾਨਾਂ ਨਾਲ ਇਨਸਾਫ ਕਰੋ, ਪੂਰਾ ਜਿਹੜਾ ਇਹਨਾਂ ਨੂੰ ਕੰਪਨਸੇਸ਼ਨ ਦਿਓ। ਸ਼ਰਮਾ ਜੀ ਇਹਦੇ ਵਾਸਤੇ ਕੀ ਮੰਗ ਕਰਦੇ ਹੋ ਕਿ ਐਕਟ ਨਵਾਂ ਬਣਾਇਆ ਜਾਣਾ ਚਾਹੀਦਾ ਹੈਗਾ? ਦੇਖੋ, ਸਿਚੁਏਸ਼ਨ ਦੇ ਹਿਸਾਬ ਨਾਲ ਮਾਰਕੀਟ ਪ੍ਰਾਈਸ ਦਾ 4 ਗੁਣਾ ਵੱਧ ਕੀਮਤ ਜਿਹੜੀ ਉਹ ਮਿਲਣੀ ਚਾਹੀਦੀ ਹੈ, ਕਿਉਂਕਿ ਜ਼ਿਮੀਂਦਾਰ ਨੂੰ ਤਾਂ ਇੱਕ ਵਾਰੀ ਉਹ ਮਿਲਣੀ ਆ, ਮੁੜ ਕੇ ਤਾਂ ਇਹਦੇ ਰੇਟ ਡਬਲ ਹੋਣੇ ਨਹੀਂ ਆ, ਕੁਝ ਫਾਇਦਾ ਨਹੀਂ ਹੋਣਾ ਹੈਗਾ। ਸੋ ਇੱਕ ਤਾਂ ਜਿਹੜਾ ਮਾਰਕੀਟ ਪ੍ਰਾਈਸ ਤੋਂ 4 ਗੁਣਾ ਵੱਧ ਪੈਸੇ ਜਿਹੜੇ ਜ਼ਿਮੀਂਦਾਰ ਨੂੰ ਮਿਲਣੇ ਚਾਹੀਦੇ। ਜੇ ਕੋਈ ਐਕਟ 'ਚ ਸੰਸ਼ੋਧਨ ਵੀ ਕਰਨਾ ਤਾਂ ਸਾਡੀ ਸਰਕਾਰ ਨੇ ਕਰਨਾ, ਕੰਪਨਸੇਸ਼ਨ ਆਪਾਂ ਨੇ ਕਰਨੀ ਆ। ਨਾਲੇ ਪੰਜਾਬ ਸਰਕਾਰ ਦੇ ਕਿਹੜਾ ਪੱਲੇ ਤੋਂ ਲੱਗਣੇ ਆ, ਦਿੱਲੀ ਤੋਂ ਪੈਸੇ ਆਣੇ ਹੈਗੇ। ਸੋ ਆਪਾਂ ਇਨਸਾਫ ਕਰਨਾ ਸੀ, ਇਹ ਨਹੀਂ ਕਹਿ ਰਹੇ ਵੀ ਧੱਕਾ ਕਰੋ। ਜੇ ਤਾਂ ਆਪਣੀ ਜੇਬ ਤੋਂ ਜਾਂਦੇ ਹੁਣ ਚੱਲ ਮਨਪ੍ਰੀਤ ਬਾਦਲ ਸਾਡਾ ਕੰਜੂਸ ਆ, ਚਾਹ ਵੀ ਨਹੀਂ ਕਿਸੇ ਨੂੰ ਪਿਲਾਉਂਦਾ ਹੈਗਾ। ਸੋ ਇੱਧਰ ਤਾਂ ਹੁਣ ਤਾਂ ਸਰਕਾਰ ਦੀ ਜੇਬ ਤੋਂ ਨਹੀਂ ਜਾਣੇ, ਸੈਂਟਰਲ ਗਵਰਨਮੈਂਟ ਤੋਂ ਪੈਸੇ ਆਣੇ ਆ। ਤੁਸੀਂ ਦੇਖੋ ਜਦੋਂ ਇੱਥੇ 에ਅਰਪੋਰਟ ਦੀ ਜ਼ਮੀਨ ਐਕਵਾਇਰ ਹੋਈ, ਉਸ ਟਾਈਮ ਰਜਿਸਟਰੀਆਂ ਤਾਂ ਸਾਰੀ ਉਹ 15 ਲੱਖ ਤੋਂ ਉੱਪਰ ਕੋਈ ਵੀ ਨਹੀਂ ਸੀ, ਪਰ ਬਾਦਲ ਸਾਹਿਬ ਨੇ ਕੰਪਨਸੇਸ਼ਨ 1.5 ਕਰੋੜ ਰੁਪਏ ਦਵਾਈ ਸੀਗੀ, ਕਿਉਂਕਿ ਅਸੈਸ ਕਰੀ ਤੀ ਵੀ ਮਾਰਕੀਟ ਵੈਲਿਊ ਕਿੰਨੀ ਆ, ਉਹ ਤੋਂ 3 ਗੁਣਾ ਵੱਧ ਪੈਸੇ ਜਿਹੜੇ ਦਏ ਗਏ। ਤੇ ਸਰਕਾਰ ਨੂੰ ਬੇਨਤੀ ਆ ਵੀ ਇਨਸਾਫ ਕਰਨ ਜ਼ਿਮੀਂਦਾਰ। ਇੱਕ ਸਵਾਲ ਮੇਰਾ ਹੋਰ ਹੈ ਸ਼ਰਮਾ ਜੀ ਕਿ ਕਰੋਨਾ ਦੇ ਨਾਂ ਦੇ ਉੱਤੇ ਹੁਣ ਦੁਬਾਰਾ ਲਾਕਡਾਊਨ ਲੱਗ ਰਿਹਾ ਤੇ ਬੜੀਆਂ ਸਖਤਾਈਆਂ ਕਰ ਦਿੱਤੀਆਂ ਗਈਆਂ ਨੇ। ਉਹਨਾਂ ਦੇ ਵਿੱਚ ਇੱਕ ਸਖਤਾਈ ਇਹ ਕੀਤੀ ਗਈ ਹੈ ਕਿ ਹਰ ਸ਼ਨੀਵਾਰ ਨੂੰ 11 ਤੋਂ 12 ਵਜੇ ਤੱਕ ਇਹਨਾਂ ਵੱਲੋਂ ਆਵਾਜਾਈ ਬੰਦ ਰੱਖੀ ਜਾਣੀ ਹੈ।
ਪੂਰੇ ਮੋਹਾਲੀ ਦੀ, ਵੀ ਤਾਂ ਕਿ ਜੋ ਕਰੋਨਾ 'ਚ ਮਰੇ ਨੇ ਬੰਦੇ ਉਹਨਾਂ ਨੂੰ ਸਲਾਮੀ ਦੇਈ ਜਾ ਸਕੇ, ਉਹਨਾਂ ਨੂੰ ਸ਼ਰਧਾਂਜਲੀ ਦੇ ਜਾ ਸਕੇ। ਦੇਖੋ ਇਹ ਪੰਜਾਬ ਸਰਕਾਰ ਨਾਲ ਜੀ ਪਤਾ ਨਹੀਂ ਕਿਹੜੀ ਦੁਸ਼ਮਣੀ ਪੰਜਾਬੀਆਂ ਨਾਲ ਕੱਢ ਰਹੀਆਂ ਨੇ, ਤਬਾਹ ਕਰਨ ਤੇ ਤੁਲੀ ਹੋਈ ਆ ਪੰਜਾਬ ਨੂੰ। ਤੁਸੀਂ ਦੇਖੋ ਵੀ ਅੱਜ ਵਪਾਰੀ ਦਾ ਕੀ ਹਾਲ ਹੈ। ਇੱਕ ਦੁਕਾਨਦਾਰ ਆ ਵਿਚਾਰਾ, ਛੋਟੀ ਜਿਹੀ ਦੁਕਾਨ ਕਰ ਰਿਹਾ, ਨਾਈ ਦੀ ਦੁਕਾਨਦਾਰ ਕਰ ਰਿਹਾ, ਉਹਦਾ ਕੀ ਹਾਲ ਆ। ਅੱਜ ਟੈਂਟ ਵਾਲੇ ਦਾ ਕੀ ਹਾਲ ਆ, ਫੋਟੋਗ੍ਰਾਫਰ ਦਾ ਕੀ ਹਾਲ ਹੈਗਾ, ਜਿਹੜੇ ਵਿਆਜੇ ਵੱਜਦੇ ਤੇ ਉਹਨਾਂ ਦਾ ਕੀ ਹਾਲ ਹੈਗਾ, ਮੈਰਿਜ ਪੈਲੇਸਾਂ ਦਾ, ਬੈਂਕੋਟਾਂ ਦਾ, ਹੋਟਲਾਂ ਦਾ ਕਿਸ ਤਰ੍ਹਾਂ ਦੀ ਹਾਲਤ ਆ। ਜਿਹੜੇ ਦੁਕਾਨਦਾਰ ਵਿਚਾਰੇ ਛੋਟੇ ਛੋਟੇ ਕਰਦੇ ਤੇ ਬਿਜਲੀ ਦਾ ਬਿੱਲ ਐਵਰੇਜ ਰੇਟ ਤੇ 10-10 ਰੁਪਏ ਯੂਨਿਟ ਆ ਰਿਹਾ ਹੈਗਾ, ਦੁਕਾਨ ਬੰਦ ਹੋ ਜਾਣੀ ਆ, ਸਾਰਾ ਬਿਜ਼ਨਸ। ਹੁਣ ਤੁਸੀਂ ਦੇਖੋ ਪੰਚਕੂਲੇ 'ਚ ਕੋਈ ਕਰਫਿਊ ਨਹੀਂ ਲਾੜਦਾ, ਡੇਰਾਬੱਸੀ 'ਚ ਕੋਈ ਹਰਿਆਣਾ ਚੰਡੀਗੜ੍ਹ 'ਚ ਕੋਈ ਕਰਫਿਊ ਨਹੀਂ, ਟੋਟਲ ਬਿਜ਼ਨਸ ਜਿਹੜਾ ਉਹ ਸ਼ਿਫਟ ਹੋ ਰਿਹਾ। ਸਾਡੇ ਵਪਾਰੀ ਲੋਕ ਜਿਹੜੇ ਭੁੱਖੇ ਮਰ ਰਹੇ ਆ, ਪੰਜਾਬ ਦੀ ਇਕਨੋਮੀ ਖਤਮ ਹੋਣ ਜਾ ਰਹੀ ਆ। ਅਮਰਿੰਦਰ ਸਿੰਘ ਜੀ ਜੰਗਲਾਂ 'ਚ ਬੈਠੇ ਆ, ਉੱਥੇ ਕਦੇ ਪਹਾੜਾਂ 'ਤੇ ਚੜ੍ਹ ਜਾਂਦੇ ਆ, ਕਦੇ ਖਰੜ ਜਾ ਕੇ ਬੈਠ ਜਾਂਦੇ ਆ, ਲੋਕਾਂ ਦੀ ਬਿਲਕੁਲ ਵੀ ਨਹੀਂ ਸੁਣਦੇ। ਸੋ ਪੰਜਾਬ ਦੀ ਇਕਨੋਮੀ ਖਤਮ ਕਰਨ ਤੇ ਸਰਕਾਰ ਤੁਲੀ ਹੋਈ ਆ। ਮੇਰੀ ਸਰਕਾਰ ਨੂੰ ਬੇਨਤੀ ਆ ਵੀ ਜਦ ਤੁਸੀਂ ਆਪਣੇ ਵਿਆਹ ਕਰਨੇ ਹੋਣ ਨਾ, ਘਰਾਂ 'ਚ 5-5 ਹਜ਼ਾਰ ਬੰਦਾ ਇਕੱਠਾ ਕਰਦੇ ਆ। ਜਦੋਂ ਇਲੈਕਸ਼ਨ ਹੋਣੇ ਹੋਣ ਨਾ, ਫਿਰ ਕਰੋਨਾ ਜਿਹੜਾ ਪੰਜਾਬ 'ਚ ਖਤਮ ਹੋ ਜਾਂਦਾ ਹੈਗਾ। ਜਦੋਂ ਵੱਡੀ ਰੈਲੀ ਕੋਈ ਕਾਂਗਰਸ ਨੇ ਆਪਣੀ ਵੀ ਮੀਟਿੰਗਾਂ ਕਰਨੀ ਹੋਈ, ਫਿਰ ਕਰੋਨਾ ਕਿਤੇ ਨਹੀਂ ਆਉਂਦਾ। ਜਦੋਂ ਕਿਸੇ ਗਰੀਬ ਨੂੰ ਮਾਰਨਾ ਹੋਏ, ਤਕਲੀਫ ਦੇਣੀ ਹੋਏ, ਫਿਰ ਕਰੋਨਾ ਸਾਹਮਣੇ ਆ ਕੇ ਖੜਾ ਹੋ ਜਾਂਦਾ ਹੈਗਾ। ਹੁਣ ਇਹ ਇਲੈਕਸ਼ਨ ਹੋਏ ਆ, ਜਿਹੜੇ ਠੱਗੀ ਮਾਰ ਕੇ ਜਿੱਤੇ ਆ, ਉਸ ਟਾਈਮ ਕਰੋਨਾ ਕਿੱਥੇ ਸੀਗਾ। ਰੈਲੀਆਂ ਹੋ ਰਹੀਆਂ ਉੱਤੇ, ਜਦੋਂ ਕਾਂਗਰਸੀਆਂ ਦੀ ਮੀਟਿੰਗਾਂ ਹੋ ਰਹੀਆਂ, ਉਦਘਾਟਨ ਕਰਦੇ ਆ ਜਾ ਕੇ, ਉਸ ਟਾਈਮ ਕਰੋਨਾ ਕਿੱਥੇ ਹੈਗਾ। ਸੋ ਅੱਜ ਸਰਕਾਰ ਡਰ ਗਈ ਆ, ਐਕਚੁਅਲੀ ਦਹਿਲ ਗਈ, ਕਿਉਂਕਿ ਸਰਕਾਰ ਨਹੀਂ ਆਣੀ। ਮਜ਼ਦੂਰ ਜਿਹੜੇ ਮੁਲਾਜ਼ਮ ਆ ਉਹ ਸੜਕਾਂ ਤੇ ਆ, ਮਜ਼ਦੂਰ ਸੜਕਾਂ ਤੇ ਆ, ਕਿਸਾਨ ਸੜਕਾਂ ਤੇ ਆ। ਸਰਕਾਰ ਨੂੰ ਇਹ ਵੀ ਲੋਕ ਐਜੀਟੇਸ਼ਨ ਨਾ ਕਰਨ, ਰੌਲਾ ਨਾ ਪਾਉਣ। ਸੋ 20-20 ਬੰਦੇ ਤੋਂ ਵੱਧ ਦੀ ਪਾਬੰਦੀ ਲਾ ਦੀ, ਤੇ ਉਹਦਾ ਨੁਕਸਾਨ ਇਹ ਹੈ ਵੀ ਅੱਜ ਪੰਜਾਬ ਦਾ ਬਿਜ਼ਨਸ ਕਾਰੋਬਾਰ ਸਾਰਾ ਹਰ ਵਰਗ ਨੂੰ ਤੰਗ ਕਰਕੇ ਦੁਖੀ ਕਰਿਆ ਪਿਆ ਹੈ। ਇਲੈਕਸ਼ਨਾਂ ਨੂੰ ਕਿਵੇਂ ਦੇਖ ਰਹੇ 2022 ਦੇ? ਥੋੜੇ ਹੀ ਮਹੀਨੇ ਰਹਿ ਗਏ ਹੁਣ ਤਾਂ। 2022 ਚ ਲੋਕਾਂ ਦਾ ਗੁੱਸਾ ਜਿਹੜਾ ਨਿਕਲੂਗਾ। ਪਿਛਲੀ ਵਾਰ ਇਹੀ ਜਿਹੜੇ ਪ੍ਰਸ਼ਾਂਤ ਕਿਸ਼ੋਰ ਨੂੰ ਲੈ ਕੇ ਆਏ ਤੇ ਇਹਨੇ ਝੂਠ ਬੋਲ ਕੇ ਪੰਜਾਬ 'ਚ ਸਰਕਾਰ ਬਣਵਾਈ। ਕਿੱਥੇ ਆ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਜਿਹੜੀ ਗੱਲਾਂ ਕਰੀ ਤੀ ਕਰਜ਼ਾ ਮਾਫੀ ਦੀ? ਕਿਸ ਨੂੰ ਮਿਲੀ ਆ ਪੈਨਸ਼ਨ 2500 ਰੁਪਏ? ਤੁਸੀਂ ਦੇਖੋ ਕਿੱਡੇ ਡਰਾਮੇਬਾਜ਼ ਲੋਕ ਆਏ, ਕਹਿੰਦੇ ਜੀ ਅਸੀਂ ਜੀ 1 ਜੁਲਾਈ ਤੋਂ 1500 ਕਰ ਦਾਂਗੇ। ਮਤਲਬ ਅਗਸਤ ਸਤੰਬਰ 'ਚ 2 ਮਹੀਨੇ ਦੀ ਦੇਣੀ ਆ, ਅਕਤੂਬਰ 'ਚ ਚੋਣ ਜਾਬਤਾ, ਕੰਮ ਮੁੱਕ ਗਿਆ। ਸ਼ਗਨ ਸਕੀਮ 51000 ਕਰਾਂਗੇ ਕਾ 1 ਜੁਲਾਈ ਤੋਂ, ਅਗਸਤ ਸਤੰਬਰ 'ਚ ਕੋਈ ਵਿਆਹ ਹੀ ਨਹੀਂ ਹੁੰਦਾ ਹੈਗਾ। ਸੋ ਜਿਹੜੇ ਡਰਾਮੇ ਇਹਨਾਂ ਨੇ 5 ਸਾਲ ਪਹਿਲਾਂ ਕਰੇ ਤੇ ਹੁਣ ਫਿਰ ਕਰਨੇ ਸ਼ੁਰੂ ਕਰਦੇ ਆ, ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਆ। ਇਹ ਜਿਹੜਾ ਸਾਰਾ ਕਿੱਥੇ ਆ ਮੁਲਾਜ਼ਮਾਂ ਦਾ TA DA ਤੇ ਪੇ ਕਮਿਸ਼ਨ। ਸੋ ਲੋਕਾਂ ਦਾ ਗੁੱਸਾ ਵੋਟਾਂ 'ਚ ਨਿਕਲੂਗਾ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਇਹ ਸਨ MLA NK ਸ਼ਰਮਾ, ਜੋ ਕਿ ਇਹ ਜੋ ਲੋਕ ਹੈਗੇ ਨੇ 27 ਪਿੰਡਾਂ ਦੇ, ਇਹਨਾਂ ਦੇ ਵਾਸਤੇ ਉਹ ਅੱਜ ਜੰਗ ਲੜ ਰਹੇ ਨੇ ਕਿ ਇਹਨਾਂ ਨੂੰ ਇਨਸਾਫ ਮਿਲੇ ਤੇ ਇਹਨਾਂ ਨੂੰ ਇਹਨਾਂ ਦੀ ਜ਼ਮੀਨ ਦਾ ਜੋ ਮੁਆਵਜ਼ਾ ਹੈ ਉਹ ਮਿਲੇ। ਤੇ ਇਸ ਵਾਸਤੇ ਉਹਨਾਂ ਨੇ ਗੱਲ ਕੀਤੀ ਹੈਗੀ ਹੈ ਤੇ ਸਰਕਾਰ ਤੱਕ ਵੀ ਗੱਲ ਪਹੁੰਚਾਉਣ ਦੀ ਗੱਲ ਕੀਤੀ ਹੈ, DC ਨਾਲ ਵੀ ਗੱਲ ਕੀਤੀ ਹੈ ਕਿ ਨਵਾਂ ਐਕਟ ਬਣਾਇਆ ਜਾਣਾ ਚਾਹੀਦਾ ਹੈਗਾ ਤਾਂ ਕਿ ਇਹ ਲੋਕ ਆਪਣੀ ਜ਼ਮੀਨ ਵੀ ਦੇ ਜਾਣਗੇ ਤੇ ਇੱਕ ਵਾਰੀ ਹੀ ਇਹਨਾਂ ਨੂੰ ਪੇਮੈਂਟ ਮਿਲਣੀ ਹੈ ਤੇ ਇਹਨਾਂ ਨਾਲ ਸਾਫ਼ ਕੀਤਾ ਜਾ ਸਕੇ। ਉਸ ਤੋਂ ਬਾਅਦ ਲੋਕਡਾਊਨ ਦੀ ਗੱਲ ਕੀਤੀ ਗਈ ਹੈ MLA NK ਸ਼ਰਮਾ ਵੱਲੋਂ ਕਿ ਲੋਕਡਾਊਨ ਨੂੰ ਲੈ ਕੇ ਬੜੀ ਤਰ੍ਹਾਂ ਦੀਆਂ ਭ੍ਰਾਂਤੀਆਂ ਜਿਹੜੀਆਂ ਹੈਗੀਆਂ ਨੇ ਉਹ ਸਾਹਮਣੇ ਆਈਆਂ ਨੇ। ਲੋਕਾਂ ਦਾ ਬਿਜ਼ਨਸ ਠੱਪ ਹੋ ਚੁੱਕਿਆ, ਸਾਰਾ ਬਿਜ਼ਨਸ ਦੂਸਰੇ ਸ਼ਹਿਰਾਂ ਵੱਲ ਜਾ ਰਿਹਾ। ਸੋ ਸਰਕਾਰ ਨੂੰ ਇਹਦੇ ਬਾਰੇ ਕੁਝ ਨਾ ਕੁਝ ਜ਼ਰੂਰ ਸੋਚਣਾ ਚਾਹੀਦਾ। ਕੈਮਰਾਮੈਨ ਸੋਨੀ ਦੇ ਨਾਲ ਸੁਸ਼ੀਲ ਗਰਚਾ, ਦੈਨਿਕ ਸਵੇਰਾ, ਮੋਹਾਲੀ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648। पंडित राधे शर्मा, चमत्कार हुंदे वेखो अपनी अखां दे सामने। 24 घंटे विच पाओ हर परेशानी दा हल। मुसलमानी, रूहानी ते काले इलम दे बादशाह, मेरे कीते नूं मेरे तो इलावा कोई कट नहीं सकदा। मोड़ी वशीकरण करवाओ, मनचाहा प्यार पाओ, लव मैरिज, सौतन दुश्मन तो छुटकारा, तलाक केस, जमीनी झगड़ा, नौकरी, कारोबार च रुकावट, विदेश यात्रा, लॉटरी तो धन मिलेगा जां नहीं, सच्चाई जानो। लॉटरी नंबर पाओ 649 होवे जां लोटो मैक्स, तुहाडी हर गल 100% गुप्त रखी जावेगी। प्यार विच धोखा खाए प्रेमी प्रेमिका एक बार जरूर मिलो, मैं तुहाडा प्यार टुटन नहीं देवांगा। मोबाइल 98 768 045 80 85 588 38 617।